हेलो फ्रेंड्स, वेलकम टू आवर पास कोचिंग चैनल। आज हम कॉस्ट काउंटिंग के रिकन्सिलेशन ऑफ कॉस्ट एंड फाइनेंशियल अकाउंट के चैप्टर में डिस्कस करेंगे। आज का टॉपिक होगा हमारा नीड्स फॉर रिकन्सिलेशन। रिकन्सिलेशन की क्यों जरूरत पैंदी है। रिकन्सिलेशन की उत्थे जरूरत पैंदी है जिथे कॉस्ट ते फाइनेंशियल अकाउंट्स ਦੀਆਂ बुक्स ਦੋਵੇਂ ਕੀ अलग अलग ਰੱਖੀਆਂ ਜਾਂਦੀਆਂ। जिस ऑर्गेनाइजेशन ਦੇ ਵਿੱਚ कॉस्ट ਦੇ ਅਕਾਊਂਟਸ ਦੀਆਂ ਬੁੱਕਸ ਤੇ ਫਾਈਨੈਂਸ਼ੀਅਲ ਅਕਾਊਂਟਸ ਦੀਆਂ ਬੁੱਕਸ ਦੋਵੇਂ ਅਲੱਗ-ਅਲੱਗ ਰੱਖੀਆਂ ਜਾਂਦੀਆਂ ਹਨ, ਉੱਥੇ ਕੀ ਰਿਕਨਸੀਲੀਏਸ਼ਨ ਦੀ ਕੀ ਜ਼ਰੂਰਤ ਪੈਂਦੀ ਹੈ। ਜਿਸ ਆਰਗੇਨਾਈਜੇਸ਼ਨ ਦੇ ਵਿੱਚ ਕੋਸਟ ਅਕਾਊਂਟ ਦੀਆਂ ਬੁੱਕਸ ਤੇ ਫਾਈਨੈਂਸ਼ੀਅਲ ਅਕਾਊਂਟਸ ਦੀਆਂ ਬੁੱਕਸ ਅਲੱਗ-ਅਲੱਗ ਨਹੀਂ ਰੱਖੀਆਂ ਜਾਂਦੀਆਂ, ਇਕੱਠੀਆਂ ਰੱਖੀਆਂ ਜਾਂਦੀਆਂ ਹਨ, ਉੱਥੇ ਕੀ ਹੈ ਰਿਕਨਸੀਲੀਏਸ਼ਨ ਦੀ ਕੀ ਹੈ ਜ਼ਰੂਰਤ ਨਹੀਂ ਪੈਂਦੀ। ਕਿੱਥੇ ਜ਼ਰੂਰਤ ਪਊਗੀ? ਜਿੱਥੇ ਦੋਵੇਂ ਕੀ ਅਲੱਗ-ਅਲੱਗ ਰੱਖੀਆਂ ਜਾਣਗੀਆਂ, ਕੋਸਟ ਅਕਾਊਂਟ ਦੀ ਬੁੱਕਸ ਵੀ ਤੇ ਫਾਈਨੈਂਸ਼ੀਅਲ ਅਕਾਊਂਟਸ ਦੀ ਬੁੱਕਸ ਵੀ। ਹੁਣ ਦੇਖੋ ਕੀ ਕਹਿੰਦਾ ਆਪਣੀ ਡੈਫੀਨੇਸ਼ਨ ਦੇ ਵਿੱਚ ਵੀ ਕਿਉਂ ਜ਼ਰੂਰਤ ਪੈਂਦੀ ਹੈ। ਇਨ ਦੋਜ਼ ਕੰਸਰਨਸ ਉਹ ਆਰਗੇਨਾਈਜੇਸ਼ਨਸ वर देयर आर नो सैपरेट कोस्ट एंड फाइनेंशियल अकाउंट्स ਜਿਹੜੀਆਂ ਕੀ ਹੈ ਕੋਸਟ ਤੇ फाइनेंशियल अकाउंट्स ਦੀਆਂ ਬੁੱਕਸ ਕੀ ਹੈ ਅਲੱਗ ਅਲੱਗ ਨਹੀਂ ਰੱਖਦੀਆਂ। ਦਾ ਕਹਿੰਦਾ ਪ੍ਰੋਬਲਮ ਆਫ ਰਿਕਨਸੀਲੀਏਸ਼ਨ ਡਜ਼ ਨਾਟ ਰਾਈਜ਼। ਉੱਥੇ ਕੀ ਆਪਣੇ ਕੋਲ ਕੋਈ ਪ੍ਰੋਬਲਮ ਰਾਈਜ਼ ਨਹੀਂ ਹੁੰਦੀ ਰਿਕਨਸੀਲੀਏਸ਼ਨ ਦੀ। ਉੱਥੇ ਕੀ ਆਪਾਂ ਰਿਕਨਸੀਲੀਏਸ਼ਨ ਦੀ ਕੀ ਜ਼ਰੂਰਤ ਨਹੀਂ ਪੈਂਦੀ ਜਿਸ ਆਰਗੇਨਾਈਜੇਸ਼ਨ ਦੇ ਵਿੱਚ ਕੋਸਟ ਤੇ ਫਾਈਨੈਂਸ਼ੀਅਲ ਬੁੱਕਸ ਕੀ ਹੈ ਇਕੱਠੀਆਂ ਰੱਖੀਆਂ ਜਾਣਗੀਆਂ। ਠੀਕ ਹੈ, ਜਿੱਥੇ ਕੀ ਰੱਖੀਆਂ ਜਾਣਗੀਆਂ ਇਕੱਠੀਆਂ ਰੱਖੀਆਂ ਜਾਣਗੀਆਂ ਉੱਥੇ ਕੀ ਕੋਈ ਪ੍ਰੋਬਲਮ ਨਹੀਂ ਹੋਣੀ ਰਿਕਨਸੀਲੀਏਸ਼ਨ ਦੀ, ਕਿਉਂਕਿ ਉਹਨਾਂ ਨੇ ਡੈਫੀਨੇਸ਼ਨ ਲਿਖਿਆ ਕਿ ਉੱਥੇ ਕੀ ਹੈ ਸੈਪਰੇਟ ਨਹੀਂ ਰੱਖੀਆਂ ਜਾਂਦੀਆਂ, ਅਲੱਗ ਅਲੱਗ ਨਹੀਂ ਰੱਖੀਆਂ ਜਾਂਦੀਆਂ, ਮੀਨਸ ਇਕੱਠੀਆਂ ਰੱਖੀਆਂ ਜਾਂਦੀਆਂ, ਜਿਸ ਕਰਕੇ ਉੱਥੇ ਰਿਕਨਸੀਲੀਏਸ਼ਨ ਦੀ ਕੀ ਨਹੀਂ ਪਊਗੀ ਜ਼ਰੂਰਤ ਨਹੀਂ ਪਊਗੀ। ਫਿਰ ਰਿਕਨਸੀਲੀਏਸ਼ਨ ਜ਼ਰੂਰਤ ਕਿੱਥੇ ਪੈਂਦੀ ਹੈ ਕਿ ਬਟ ਵੇਅਰ ਕੋਸਟ ਐਂਡ ਫਾਈਨੈਂਸ਼ੀਅਲ ਅਕਾਊਂਟਸ ਆਰ ਮੇਨਟੇਨ ਇੰਡੀਪੈਂਡੈਂਟ ਆਫ ਈਚ ਅਦਰ। ਵੀ ਜਿੱਥੇ ਕੋਸਟ ਤੇ ਫਾਈਨੈਂਸ਼ੀਅਲ ਅਕਾਊਂਟਸ ਦੀਆਂ ਬੁੱਕਸ ਦੋਵੇਂ ਅਲੱਗ ਅਲੱਗ ਰੱਖੀਆਂ ਜਾਂਦੀਆਂ ਨੇ, ਇੰਡੀਪੈਂਡੈਂਟ ਮੈਨੇ ਅਲੱਗ ਅਲੱਗ ਰੱਖੀਆਂ ਜਾਂਦੀਆਂ ਹਨ, ਇਟ ਇਜ਼ ਇੰਪੈਰੇਟਿਵ ਡੈਟ ਪੀਰੀਅਡਿਕਲੀ ਟੂ ਅਕਾਊਂਟਸ ਆਰ ਰਿਕਨਸਾਈਲ। ਤਾਂ ਕਹਿੰਦੇ ਜ਼ਰੂਰੀ ਹੁੰਦਾ ਵੀ ਪੀਰੀਅਡਿਕਲੀ ਵੀ ਦੋਵੇਂ ਅਕਾਊਂਟਾਂ ਨੂੰ ਕੀ ਕੀਤਾ ਮੈਚ ਕੀਤਾ ਜਾਵੇ। ਕੀ ਕੀਤਾ ਜਾਵੇ? ਦੋਵੇਂ ਅਕਾਊਂਟਸ ਨੂੰ ਕੀ ਕੀਤਾ ਜਾਵੇ ਮੈਚ ਕੀਤਾ ਜਾਵੇ। Though both set of books concerned with the same basic transaction, but the figure of profit disclosed by the former does not agree with the disclosed by the latter. Thus, reconciliation between the result of two set of books is necessary due to following reasons. ਕਹਿੰਦੇ ਜਿਹੜੀ ਆਪਣੀ ਕੋਸਟ ਅਕਾਊਂਟਸ ਦੀ ਬੁੱਕਸ ਹੁੰਦੀ ਹੈ, ਫਾਈਨੈਂਸ਼ੀਅਲ ਅਕਾਊਂਟਸ ਦੀ ਬੁੱਕਸ, ਦੋਵਾਂ ਦਾ ਪ੍ਰੋਫਿਟ ਆਪਸ ਕੀ ਨਹੀਂ ਕਰ ਰਿਹਾ ਹੁੰਦਾ, ਮੈਚ ਨਹੀਂ ਕਰ ਰਿਹਾ ਹੁੰਦਾ। ਕੀ ਨਹੀਂ ਕਰ ਰਿਹਾ ਹੁੰਦਾ? ਆਪਸ ਵਿੱਚ ਮੈਚ ਨਹੀਂ ਕਰ ਰਿਹਾ ਹੁੰਦਾ, ਡਿਸਕਲੋਜ਼ ਨਹੀਂ ਕਰ ਰਿਹਾ, ਜਿਸ ਕਰਕੇ ਉਹਨੂੰ ਆਪਸ ਵਿੱਚ ਮੈਚ ਕਰਨ ਦੇ ਲਈ ਕਿਹੜੇ ਕਿਹੜੇ ਕੋਸਟ ਅਕਾਊਂਟਿੰਗ ਦੇ ਪ੍ਰੋਫਿਟ ਨੂੰ ਤੇ ਕਿਹਦੇ ਵਿੱਚ ਆਪਣੇ ਕੋਲ ਕਿ ਫਾਈਨੈਂਸ਼ੀਅਲ ਅਕਾਊਂਟ ਦੇ ਪ੍ਰੋਫਿਟ ਨੂੰ ਕਿ ਆਪਸ 'ਚ ਮੈਚ ਕਰਨ ਦੇ ਲਈ ਆਪਾਂ ਨੂੰ ਕਿ ਰਿਕਨਸੀਲੀਏਸ਼ਨ ਕੀ ਕਰਨੀ ਪੈਂਦੀ ਹੈ, ਸਟੇਟਮੈਂਟ ਤਿਆਰ ਕਰਨੀ ਪੈਂਦੀ ਹੈ। ਉਹ ਕਿਉਂ ਨਹੀਂ ਆਪਸ 'ਚ ਮੈਚ ਕਰਦੇ? ਕੁਝ ਟ੍ਰਾਂਜੈਕਸ਼ਨ ਇਹ ਜਿਹੀਆਂ ਹੁੰਦੀਆਂ ਫਾਈਨੈਂਸ਼ੀਅਲ ਨੇਚਰ ਜਿਹੜੀ ਕੋਸਟ ਵਿੱਚ ਰਿਕਾਰਡ ਨਹੀਂ ਹੁੰਦੀ, ਗਲਤੀ ਨਾਲ ਉਹਦੇ ਵਿੱਚ ਕੀ ਹੋ ਜਾਂਦੀ ਰਿਕਾਰਡ ਹੋ ਜਾਂਦੀ ਹੈ। ਰਿਕਾਰਡ ਨਾਲ ਕੀ ਪ੍ਰੋਫਿਟ ਵੱਧ ਕੀ ਹੋ ਜਾਂਦਾ ਘੱਟ ਜਾਂਦਾ, ਜਿਸ ਕਰਕੇ ਫਾਈਨੈਂਸ਼ੀਅਲ ਅਕਾਊਂਟ ਦਾ ਤੇ ਕੋਸਟ ਅਕਾਊਂਟ ਦਾ ਪ੍ਰੋਫਿਟ ਆਪਸ 'ਚ ਕੀ ਨਹੀਂ ਕਰ ਰਿਹਾ ਹੁੰਦਾ, ਮੈਚ ਨਹੀਂ ਕਰ ਰਿਹਾ ਹੁੰਦਾ। ਕਹਿੰਦਾ ਇਸ ਕਰਕੇ ਕਹਿੰਦਾ ਇਹਨਾਂ ਵਿੱਚ ਜਿਹੜੇ ਬੁੱਕਸ ਜ਼ਰੂਰੀ ਹੈ ਉਹ ਕਿਹੜੇ ਕਿਹੜੇ ਰੀਜ਼ਨ ਹੈ। ਸਭ ਤੋਂ ਪਹਿਲਾ ਰੀਜ਼ਨ ਦੇਖੋ, ਟੂ ਫਾਈਂਡ ਆਊਟ ਦਾ ਰੀਜ਼ਨ for the difference in the profit or loss in cost and financial account, to indicate the position clearly and to be sure that no mistake pertaining to account have been committed। ਵੀ ਆਪਣੇ ਸਭ ਤੋਂ ਪਹਿਲਾਂ ਉਹ ਰੀਜ਼ਨ ਫਾਈਂਡ ਆਊਟ ਕਰਨਾ ਵੀ ਜਿਹੜਾ ਆਪਣੇ ਕੋਲ ਪ੍ਰੋਫਿਟ ਜਾਂ ਲੋਸ ਇਨ ਕੋਸਟ ਦੇ ਫਾਈਨੈਂਸ਼ੀਅਲ ਅਕਾਊਂਟ ਦੇ ਵਿੱਚ ਆਪਾਂ ਨੇ ਕੀ ਹੈ ਜਿਹੜਾ ਆਪਣੇ ਫਾਈਨੈਂਸ਼ੀਅਲ ਤੇ ਕੋਸਟ ਅਕਾਊਂਟ ਵਿੱਚ ਜਿਹੜਾ ਪ੍ਰੋਫਿਟ ਲੋਸ ਹੋਇਆ ਉਹਨਾਂ ਵਿੱਚ ਕੀ ਕਰਨਾ, ਡਿਫਰੈਂਸ ਦੇਖਣਾ। ਫਿਰ ਦੇਖਣਾ ਆਪਣੀ ਪੋਜੀਸ਼ਨ ਚੈੱਕ ਕਰਨੀ ਵੀ ਆਪਣੀ ਕੋਈ ਮਿਸਟੇਕ ਤਾਂ ਨਹੀਂ ਹੋਈ, ਆਪਣੀ ਕੀ ਕੋਈ ਮਿਸਟੇਕ ਨਹੀਂ। ਜੇ ਆਪਣੇ ਕੋਲ ਕੋਈ ਮਿਸਟੇਕ ਹੋਈ ਹੈ ਵੀ ਜਿਸ ਕਰਕੇ ਕੋਸਟ ਤੇ ਫਾਈਨੈਂਸ਼ੀਅਲ ਅਕਾਊਂਟ ਦਾ ਅਸ ਬੈਲੈਂਸ ਕੀ ਨਹੀਂ ਕਰ ਰਿਹਾ, ਮੈਚ ਨਹੀਂ ਕਰ ਰਿਹਾ, ਤਾਂ ਫਿਰ ਉਸ ਵਕਤ ਆਪਾਂ ਨੂੰ ਕੀ ਕਰਨਾ ਪਊਗਾ, ਰਿਕਨਸਾਈਲ ਸਟੇਟਮੈਂਟ ਕੀ ਕਰਨੀ ਪਊਗੀ, ਤਿਆਰ ਕਰਨੀ ਵੀ ਉਹ ਕਿਹੜੀ ਟ੍ਰਾਂਜੈਕਸ਼ਨ ਹੈ ਜਿਹੜੀ ਗਲਤੀਆਂ ਇੱਕ ਦੂਜੇ 'ਚ ਕੀ ਹੋ ਗਈਆਂ ਟ੍ਰਾਂਸਫਰ ਜਾਂ ਕੀ ਹੈ ਰਿਕਾਰਡ ਨਹੀਂ ਕਰਨੀਆਂ ਸੀ। Second, to ensure the mathematical accuracy and reliability of cost counting in order to have cost ascertainment, cost control, to have a check on the financial accounts। ਵੀ ਆਪਣੀ ਲਾਗਤ ਨੂੰ ਪਤਾ ਕਰਨ ਲਈ, ਲਾਗਤ 'ਤੇ ਨਿਯੰਤਰਣ ਕਰਨ ਲਈ ਅਤੇ ਆਪਾਂ ਨੇ ਕੀ ਕਰਨਾ ਵੀ ਫਾਈਨੈਂਸ਼ੀਅਲ ਅਕਾਊਂਟਸ ਨੂੰ ਚੈੱਕ ਕਰਨ ਦੇ ਲਈ ਜ਼ਰੂਰੀ ਹੈ ਵੀ ਉਹ ਮੈਥਮੈਟੀਕਲ ਐਕੂਰੇਸੀ ਹੋਣੀ ਜ਼ਰੂਰੀ ਹੈ, ਮਤਲਬ ਆਪਣੀ ਕੀ ਗਣਿਤਿਕ ਸ਼ੁੱਧਤਾ ਹੋਣੀ ਜ਼ਰੂਰੀ ਹੈ। ਰਿਲਾਇਬਿਲਿਟੀ ਆਫ ਕੋਸਟ ਕਾਊਂਟਿੰਗ ਮਤਲਬ ਲਾਗਤ ਖਾਤਿਆਂ ਵਿੱਚ ਕੀ ਹੋਣੀ ਚਾਹੀਦੀ, ਭਰੋਸੇਯੋਗਤਾ ਹੋਣੀ ਜ਼ਰੂਰੀ ਹੈ। ਰਿਲਾਇਬਿਲਿਟੀ ਹੁੰਦੀ ਹੈ ਭਰੋਸੇਯੋਗਤਾ, ਵਿਸ਼ਵਾਸਨਿਕ ਲਾਗਤ ਖਾਤਿਆਂ ਦੇ ਵਿੱਚ। ਥਰਡ, to contribute to the standardization of policies regarding stock valuation, depreciation and overhead। ਵੀ ਆਪਣੇ ਦੇਖਣਾ ਵੀ ਉਹ ਕੰਟਰੀਬਿਊਟ ਕਰ ਰਹੇ ਸਟੈਂਡਰਡਾਈਜੇਸ਼ਨ ਪਾਲਿਸੀਆਂ ਜਿਹੜੀਆਂ ਆਪਾਂ ਨੇ ਕਿਹਦੇ ਰਿਗਾਰਡਿੰਗ ਸਟਾਕ ਵੈਲਿਊਏਸ਼ਨ ਦੇ, ਡੈਪਰੀਸ਼ੀਏਸ਼ਨ ਤੇ ਓਵਰਹੈਡ। ਹੁਣ ਤੁਹਾਨੂੰ ਪਤਾ ਹੈ ਵੀ ਆਪਣੇ ਕੋਸਟ ਕਾਊਂਟਿੰਗ ਦੇ ਵਿੱਚ ਸਟਾਕ ਵੈਲਿਊਏਸ਼ਨ ਕਰਨ ਦੇ ਕੀ ਹੁੰਦੇ ਅਲੱਗ-ਅਲੱਗ ਮੈਥਡ ਹੁੰਦੇ ਆ। ਤੁਸੀਂ 5th ਸੈਮ 'ਚ ਵੀ ਪੜ੍ਹਿਆ ਹੋਊਗਾ ਜਾਂ ਜਿੱਥੇ ਵੀ ਆਪਣੇ ਕੋਲ ਇੱਕ FIFO ਮੈਥਡ ਹੁੰਦਾ, ਫਸਟ ਇਨ ਫਸਟ ਆਊਟ ਮੈਥਡ, ਠੀਕ ਹੈ, LIFO ਲਾਸਟ ਇਨ ਫਸਟ ਆਊਟ ਮੈਥਡ, ਠੀਕ ਹੈ। ਆਪਣੇ ਕੋਲ ਕੀ ਐਵਰੇਜ ਸਟਾਕ ਮੈਥਡ ਵੀ ਹੁੰਦਾ ਸੀ, ਕਿਹੜੇ ਮੈਥਡ
ਮੈਥਡ ਹੁੰਦੇ ਐਵਰੇਜ ਸਟਾਕ। ਇਹ ਕੀ ਹੁੰਦੇ ਆਪਣੇ ਕੋਲ ਸਟਾਕ ਨੂੰ ਵੈਲੂਏਟ ਕਰਨ ਦੇ ਕੀ ਹੁੰਦੇ ਆ ਵੈਰੀਅਸ ਮੈਥਡ ਹੁੰਦੇ ਆ। ਇਸੇ ਤਰ੍ਹਾਂ ਫਾਈਨੈਂਸ਼ੀਅਲ ਅਕਾਊਂਟਿੰਗ ਦੇ ਵਿੱਚ ਕੀ ਹੁੰਦਾ ਆਪਾਂ ਕੋਸਟ ਰਿਲਾਈਜ਼ੇਬਲ ਵੈਲਿਊ ਲੈ ਕੇ ਚੱਲਦੇ ਆ, ਜਿਸ ਕਰਕੇ ਦੋਨਾਂ ਦਾ ਆਪਸ ਕੀ ਨਹੀਂ ਹੁੰਦਾ ਮੈਚ ਨਹੀਂ ਕਰ ਰਿਹਾ ਹੁੰਦਾ। ਇਸੇ ਡੈਪਰੀਏਸ਼ਨ ਦੇ ਮੈਥਡ ਕੀ ਹੁੰਦੇ ਦੋਵਾਂ ਦੇ ਕੀ ਹੁੰਦੇ ਅਲੱਗ-ਅਲੱਗ ਹੁੰਦੇ ਆ। ਡੈਪਰੀਏਸ਼ਨ ਦੇ ਮੈਥਡ ਕੀ ਦੋਵਾਂ ਦੇ ਕੀ ਹੁੰਦੇ ਆ ਅਲੱਗ-ਅਲੱਗ ਹੁੰਦੇ ਆ। ਜਿਵੇਂ ਆਪਣੇ ਕੋਲ ਫਾਈਨੈਂਸ਼ੀਅਲ ਅਕਾਊਂਟਿੰਗ ਦੇ ਵਿੱਚ ਡੈਪਰੀਏਸ਼ਨ ਸਟ੍ਰੇਟ ਲਾਈਨ ਤੇ ਡਿਮਿਨਿਸ਼ਿੰਗ ਡਾਊਨ ਬੈਲੈਂਸ ਮੈਥਡ ਹੁੰਦਾ, ਜਦ ਕਿ ਕੋਸਟ ਅਕਾਊਂਟਿੰਗ ਵਿੱਚ ਤੁਹਾਨੂੰ ਲੇਬਰ ਟਾਈਮ ਪਰ ਘੰਟੇ ਦੇ ਆਪਾਂ ਨੇ ਕੀ ਹੈ ਕੱਢਣਾ ਹੁੰਦਾ ਵੀ ਕਿੰਨੇ ਘੰਟੇ ਆਪਾਂ ਨੇ ਕੰਮ ਕੀਤੇ ਜਾਂ ਕਿੰਨੇ ਮਸ਼ੀਨ ਘੰਟੇ ਚੱਲੀ, ਓਵਰਹੈਡ। ਇਸ ਤਰ੍ਹਾਂ ਕਹਿੰਦੇ ਮੈਥਡ ਅਲੱਗ-ਅਲੱਗ ਹੋਣ ਕਾਰਨ ਕਰੇ ਦੋਵਾਂ ਵਿੱਚ ਪ੍ਰੋਫਿਟ ਕੀ ਨਹੀਂ ਕਰ ਰਿਹਾ ਹੁੰਦਾ ਆਪਸ ਵਿੱਚ ਮੈਚ ਨਹੀਂ ਕਰ ਰਿਹਾ ਹੁੰਦਾ। ਇਹ ਸਭ ਤੋਂ ਵੱਡਾ ਕੀ ਬਣ ਜਾਂਦਾ ਰੀਜ਼ਨ ਬਣ ਜਾਂਦਾ। ਫਿਰ ਆਪਾਂ ਨੇ ਸ਼ੋਰ ਕਰਨਾ ਪੈਂਦਾ ਵੀ ਉਹ ਸਹੀ ਤਰੀਕੇ ਨਾਲ ਆਪਣੇ ਪਾਲਿਸੀਆਂ ਤਿਆਰ ਕੀਤੀਆਂ to facilitate coordination and promote the better cooperation between the activity of financial cost accounting of the accounting department। ਵੀ accounting department ਚਾਹੀਦਾ ਜੇ financial account ਹੈ ਜੇ cost section ਜਿਹੜੀ ਵੀ ਐਕਟੀਵਿਟੀ ਹੈ ਉਹਨਾਂ ਵਿੱਚ ਕੀ ਹੈ ਵਧੀਆ ਕੋਆਰਡੀਨੇਸ਼ਨ ਬਣਾ ਕੇ ਰੱਖੇ, ਵਧੀਆ ਪ੍ਰਮੋਟ ਕਰੇ, ਠੀਕ ਹੈ। ਕੋਆਪਰੇਸ਼ਨ 'ਚ ਕੀ ਕਰਨਾ ਚਾਹੀਦਾ ਕੰਮ ਕਰਨਾ ਚਾਹੀਦਾ ਹੈ to place management in better position to acquaint itself with the reason for the variation in profit, paying the way to more effective internal ਕੰਟਰੋਲ। ਵੀ ਆਪਾਂ ਨੇ ਇਹ ਵੀ ਦੇਖਣਾ ਵੀ ਮੈਨੇਜਮੈਂਟ ਕੀ ਹੈ ਵਧੀਆ ਤਰੀਕੇ ਨਾਲ ਦੀ ਪੋਜੀਸ਼ਨ ਸਹੀ ਸਥਿਤੀ ਵਿੱਚ ਹੈਗੀ ਹੈ। ਫਿਰ ਐਕੁਆਇੰਟ ਇਟ ਸੈਲਫ ਵਿਦ ਦਾ ਰੀਜ਼ਨ ਫॉर द वेरिएशन इन प्रॉफिट, पेइंग द वे टू मोर इफेक्टिव इंटरनल कंट्रोल। भी ਉਹਨਾਂ ਦੀ ਆਰਗੇਨਾਈਜੇਸ਼ਨ ਦੇ ਵਿੱਚ ਇੰਟਰਨਲ ਕੰਟਰੋਲ ਸਿਸਟਮ ਪ੍ਰਣਾਲੀ ਸਹੀ ਤਰੀਕੇ ਨਾਲ ਵਰਤੀ ਜਾ ਰਹੀ ਹੈ ਵੀ ਆਪਣੀ ਕੋਈ ਵੀ ਪ੍ਰੋਫਿਟ ਦੇ ਵਿੱਚ ਵੇਰੀਏਸ਼ਨ ਤਾਂ ਨਹੀਂ, ਜੇ ਵੇਰੀਏਸ਼ਨ ਤਾਂ ਉਹ ਕਿਹੜੀ ਰੀਜ਼ਨ ਹੈ ਜਿਸ ਕਰਕੇ ਕੀ ਵੇਰੀਏਸ਼ਨ ਹੈ ਉਹ ਸਾਰੀ ਚੀਜ਼ਾਂ ਕੀ ਕਰਨੀ ਪੈਣਗੀਆਂ ਆਪਣੇ ਫਾਈਂਡ ਆਊਟ ਕਰਕੇ। ਸਾਰੀ ਰਿਕਨਸੀਲੀਏਸ਼ਨ ਕੀ ਹੁੰਦੇ ਆ ਰੀਜ਼ਨ ਹੁੰਦੇ ਆ ਜਿਸ ਕਰਕੇ ਪ੍ਰੋਫਿਟ ਤੇ ਕੋਸਟ ਕਾਊਂਟਿੰਗ ਦਾ ਆਪਸ 'ਚ ਕੀ ਨਹੀਂ ਕਰ ਰਿਹਾ ਹੁੰਦਾ ਮੈਚ ਨਹੀਂ ਕਰ ਰਿਹਾ ਹੁੰਦਾ। ਫਿਰ ਰੀਜ਼ਨ ਡਿਸਐਗਰੀਮੈਂਟ ਕੀ ਹੁੰਦੇ ਆ ਪ੍ਰੋਫਿਟ ਦੇ ਵਿੱਚ ਉਹ ਕਿਹੜੀਆਂ ਟ੍ਰਾਂਜੈਕਸ਼ਨ ਜਿਸ ਕਰਕੇ ਕੀ ਰੀਜ਼ਨ ਕੀ ਹੁੰਦੇ ਆ ਆਪਸ ਵਿੱਚ ਕੀ ਹੁੰਦੇ ਆਪਣੇ ਕੋਲ ਵੀ ਆਪਸ ਵਿੱਚ ਮੈਚ ਨਹੀਂ ਕਰ ਰਹੇ ਹੁੰਦੇ। ਪਹਿਲਾ ਰੀਜ਼ਨ ਹੈ ਆਈਟਮਸ ਸ਼ੋ ਓਨਲੀ ਇਨ ਫਾਈਨੈਂਸ਼ੀਅਲ ਅਕਾਊਂਟਸ। ਵੀ ਕੁਛ ਕੁ ਆਈਟਮਾਂ ਹੁੰਦੀਆਂ ਜਿਹੜੀ ਫਾਈਨੈਂਸ਼ੀਅਲ ਅਕਾਊਂਟ ਦੇ ਵਿੱਚ ਸ਼ੋ ਕੀਤੀਆਂ ਜਾਂਦੀਆਂ, ਕੁਛ ਕੁ ਟ੍ਰਾਂਜੈਕਸ਼ਨ ਇਹੋ ਜਿਹੀਆਂ ਹੁੰਦੀਆਂ ਜਿਹੜੀਆਂ ਆਪਣੀ ਕੀ ਹੈ ਫਾਈਨੈਂਸ਼ੀਅਲ ਅਕਾਊਂਟ ਦੇ ਵਿੱਚ ਹੀ ਕੀਤੀਆਂ ਜਾਂਦੀਆਂ ਸ਼ੋ ਕੀਤੀਆਂ ਜਾਂਦੀਆਂ ਉਹ ਕੋਸਟ ਅਕਾਊਂਟ ਵਿੱਚ ਸ਼ੋ ਨਹੀਂ ਕੀਤੀਆਂ ਜਾਂਦੀਆਂ। ਉਹ ਕਿਹੜੀ ਟ੍ਰਾਂਜੈਕਸ਼ਨ ਦੇਖੋ ਦੇयर ਆਰ ਨੰਬਰ ਆਫ ਆਈਟਮ ਵਿਚ ਆਰ ਇਨਕਲੂਡ ਇਨ ਫਾਈਨੈਂਸ਼ੀਅਲ ਅਕਾਊਂਟ ਬਟ ਫਾਈਂਡ ਨੋ ਪਲੇਸ ਇਨ ਕੋਸਟ ਅਕਾਊਂਟ। ਕਿ ਬਹੁਤ ਸਾਰੀ ਆਈਟਮਸ ਹੁੰਦੀਆਂ ਜਿਹੜੀ ਸਿਰਫ ਫਾਈਨੈਂਸ਼ੀਅਲ ਅਕਾਊਂਟਸ ਵਿੱਚ ਹੀ ਸ਼ੋ ਕੀਤੀਆਂ ਜਾਂਦੀਆਂ ਪਰ ਕੋਸਟ ਅਕਾਊਂਟ ਦੇ ਵਿੱਚ ਕੀ ਨਹੀਂ ਹੈ ਉਹਨੂੰ ਕੀ ਪਲੇਸ ਨਹੀਂ ਦਿੱਤੀ ਜਗ੍ਹਾ ਨਹੀਂ ਦਿੱਤੀ ਜਾਂਦੀ। ਕਹਿੰਦਾ ਉਹ ਕੀ ਹੁੰਦੇ ਆ ਦੇयर ਮੇ ਬੀ ਆਈਟਮਸ ਕਿਹੜੀਆਂ ਹੁੰਦੀਆਂ ਦੇਖੋ ਧਿਆਨ ਨਾਲ ऑफ एक्सपेंडिचर एप्रोप्रिएशन ऑफ प्रॉफिट आइटम ऑफ इनकम वो क्या खर्चा भी हो सकता है वो की आमदन भी हो सकती है। द फॉर्मर रिड्यूस द प्रॉफिट वाइल द लेटर हैव द रिवर्स इफैक्ट कि जे आप गलती ने एक थां दूसरी ट्रांसफर भी कर दिता गया इस तरह की हो सकता अपने के रिवर्स इफैक्ट हो सकता है। वो किहड़े प्योरली फाइनैशियल चार्जिस हुण जिवें लॉस राइजिंग फॉर सेल ऑफ फिक्स एसिड्स, लॉस ऑन इन्वेस्टमेंट, डिस्काउंट ऑन डिबेंचर्स, इंटरेस्ट ऑन बैंक लोन, मॉर्टगेज डिबेंचर्स, एक्सपेंसिस ऑफ कंपनी शेयर ट्रांसफर ऑफिस, ठीक है, डैमेज पेबल, पेनल्टीज, फाइनस, लॉसिस ड्यू टू स्क्रैपिंग ऑफ मशीनरी। ये सारे की है फाइनैशियल चार्जिस होंगे, सारे की होंगे फाइनैशियल खर्चे होंगे। सैकेंड आ गया एप्रोप्रिएशन ऑफ प्रॉफिट, डोनेशन, चैरिटी, टैक्स ऑन इनकम प्रॉफिट, डिविडेंड पेड, ट्रांसफर टू रिजर्व एंड सिंकिंग फंड, एडिशनल प्रोविजन फॉर डेप्रीशिएशन ऑन फिक्स एसिड्स फॉर बैड डेट्स, कैपिटल एक्सपेंडिचर, स्पैशली चार्ज टू रेवन्यू। ये सारे खर्चे आपको पता है ये सारे किच रिकॉर्ड किए जाते हैं फाइनैशियल च रिकॉर्ड किए जाते हैं। किच रिकॉर्ड किए जाते हैं फाइनैशियल कोई भी आप कॉस्ट विच की नहीं करते आप रिकॉर्ड नहीं करते। इस राइटिंग ऑफ इंटेंजिबल एंड फिक्टिशियस एसिड्स, गुडविल, पेशेंट जो गुडविल होंगी है अपने को, पेटेंट्स होंगे है, कॉपीराइट होंगे है, एडवर्टाइजमेंट, प्रीमियम एक्सपेंसिस सारी कितने पै जाते प्रॉफिट एंड लॉस अकाउंट्स जी फाइनैशियल ट्रांजैक्शन होंगी हैं। अंडर राइटिंग हो गया, डिस्काउंट इन इशू शेयर डिबेंचर्स, प्योरली फाइनैशियल अकाउंट्स रेंट हो गया, रिसीवेबल हो गए, प्रॉफिट ऑन सेल ऑफ फिक्स एसिड्स हो गए, ट्रांसफर फीस रिसीव्ड हो गए, इंटरेस्ट रिसीव्ड हो गए, बैंक डिपोजिट, डिविडेंड रिसीव्ड, ब्रोकरी रिसीव्ड, डिस्काउंट ऑन कमीशन। कहने सारी ट्रांजैक्शन होंगे जी किच रिकॉर्ड की जाती है फाइनैशियल अकाउंट रिकॉर्ड की जाती कोस्ट शो नहीं की जाती। सब तो वड्डा तो यह रीजन होंगे कई बार की होंगे अपनी कोस्ट अकाउंट की कर रहे हैं कई बार गलती नाल रिकॉर्ड कर लेने जिस करके अपना प्रॉफिट की नहीं कर रहा होंगे मैच नहीं कर रहा होंगे। सैकेंड रीजन की है आइटम शो ओनली इन कॉस्ट अकाउंट कि कुछ कुछ ट्रांजैक्शन यह होंगी हैं जो सिर्फ कॉस्ट अकाउंट शो होंगे है फाइनैशियल अकाउंट की नहीं करते आप शो नहीं करते। वो किहड़ी होंगी देखो ध्यान नाल देयर आर सर्टन आइटम्स विच आर इंकलूड इन कोस्ट अकाउंट बट नॉट इन फाइनैशियल अकाउंट का कुछ आइटम्स होंगी हैं जो कोस्ट अकाउंट च रिकॉर्ड तो होंगी हैं पर फाइनैशियल अकाउंट की नहीं होंगे रिकॉर्ड नहीं होंगे। दीज आइटम्स आर वेरी फ्यू ये आइटम्स की होंगी हैं बहुत थोड़िया ही होंगी हैं कहते एंड यूजली आर नोशनल चार्जिस। फॉर एग्जाम्पल इंटरेस्ट में भी कैलकुलेट ऑन कैपिटल एम्प्लॉयड इन प्रोडक्शन टू शो द नॉमिनल कॉस्ट ऑफ इंप्लॉइंग द कैपिटल थ्रो इन फैक्ट नो इंटरेस्ट हैज़ बीन पेड। हुण आपां नूं पता है तुसीं बिजनेस लै लो चाहे बिजनेस
ਬਿਜ਼ਨਸ ਦੇ ਵਿੱਚ ਆਪਾਂ ਕੋਈ ਪੂੰਜੀ ਲਗਾਈ ਹੁੰਦੀ ਹੈ, ਆਪਾਂ ਵਿਆਜ ਦਾ ਸ਼ੋਅ ਕਰਦੇ ਹਾਂ। ਜਿਹੜੀ ਆਪਾਂ ਨੇ ਬਿਜ਼ਨਸ ਕੀ ਹੁੰਦਾ, ਇੱਕ ਤਰ੍ਹਾਂ ਬਿਜ਼ਨਸ ਜੋ ਵਪਾਰ 'ਚ ਪੂੰਜੀ ਲੱਗੀ ਹੁੰਦੀ ਹੈ, ਇੱਕ ਤਰ੍ਹਾਂ ਦੀ ਕੀ ਹੁੰਦੀ, ਬਿਜ਼ਨਸ ਦੀ ਦੇਣਦਾਰੀ ਹੁੰਦੀ ਹੈ। ਆਪਾਂ ਹਰ ਸਾਲ ਉਹ 'ਚ ਇੰਟਰਸਟ ਕਿਉਂ ਸ਼ੋਅ ਕਰਦੇ ਹਾਂ? ਅਸਲ ਵਿੱਚ ਬਿਜ਼ਨਸ ਆਪਾਂ ਨੂੰ ਇੰਟਰਸਟ ਦੇ ਹੀ ਨਹੀਂ ਰਿਹਾ ਹੁੰਦਾ, ਆਪਾਂ ਨੇ ਵੈਸੇ ਕੀ ਕੀਤਾ ਹੁੰਦਾ, ਸ਼ੋਅ ਕੀਤਾ ਹੁੰਦਾ। ਉਸੇ ਤਰ੍ਹਾਂ ਉਹ ਕਹਿੰਦਾ ਵੀ ਆਪਣੇ ਕੋਲ ਨੋਮੀਨਲ ਕੋਸਟ ਇੰਪਲਾਈ ਕੈਪੀਟਲ ਹੁੰਦੀ ਹੈ, ਜਿਹੜੀ ਆਪਾਂ ਨੇ ਕੀ ਹੈ ਫੈਕਟਰੀ ਦੇ ਵਿੱਚ ਲਗਾਈ ਹੁੰਦੀ ਹੈ, ਉਹਦੇ ਕੀ ਆਪਾਂ ਇੰਟਰਸਟ ਪੇ ਦੀ ਕੀ ਟ੍ਰਾਂਜੈਕਸ਼ਨ ਕਰ ਉਸ ਵਿੱਚ ਉਹ ਪੇ ਨਹੀਂ ਕੀਤੀ ਹੁੰਦੀ। ਸਿਮਿਲਰਲੀ ਪ੍ਰੋਡਕਸ਼ਨ ਮੇ ਬੀ ਚਾਰਜ ਵਿਦ ਦ ਨੋਮੀਨਲ ਰੈਂਟ ਫॉर ਰੈਂਟਡ ਫੈਕਟਰੀ ਲਈ। ਕਹਿੰਦੇ ਇਸੇ ਤਰ੍ਹਾਂ ਪ੍ਰੋਡਕਸ਼ਨ ਆਪਾਂ ਕੀ ਕਰਦੇ ਹਾਂ, ਚਾਰਜ ਕਰਦੇ ਹਾਂ ਨੋਰਮਲ ਰੈਂਟ ਪ੍ਰਮਿਸ, ਜਿਹੜੀ ਆਪਦੀ ਨਿੱਜੀ ਭਵਨ ਜਾਂ ਨਿੱਜੀ ਖੁਦ ਹੋਊਗੀ। ਕਿਹਦੇ ਕੰਪੇਅਰ ਕਰਨ ਲਈ, ਆਪਣੇ ਕੋਸਟ ਆਫ ਪ੍ਰੋਡਕਸ਼ਨ ਦੀ ਕੰਪੇਅਰ ਕਰਨੀ ਹੁੰਦੀ ਹੈ। ਕਿਹਦੇ ਨਾਲ ਕੰਪੈਰੀਜ਼ਨ, ਰੈਂਟਡ ਫੈਕਟਰੀ ਨਾਲ ਕੰਪੈਰੀਜ਼ਨ। ਇੱਕ ਖੁਦ ਦੀ ਹੁੰਦੀ ਹੈ, ਇੱਕ ਰੈਂਟਡ ਫੈਕਟਰੀ ਨਾਲ, ਉਹਦੇ ਨਾਲ ਕੰਪੈਰੀਜ਼ਨ ਕਰਨ ਦੇ ਲਈ ਆਪਾਂ ਨੂੰ ਕੀ ਕਰਨੇ ਪੈਂਦੇ ਹੈ, ਚਾਰਜ ਕਰਨਾ ਪੈਂਦਾ ਹੈ ਨੋਰਮਲ ਰੈਂਟ। ਡੈਪਰੀਸ਼ੀਏਸ਼ਨ ਐਸਿਡ ਵਿੱਚ ਚਾਰਜ ਈਵਨ ਵੈਨ ਦਾ ਬੁੱਕ ਵੈਲਿਊ ਇਜ਼ ਰਿਡਿਊਸ ਟੂ ਉਹ ਨੈਗਲੀਜੀਬਲ ਫਿਗਰਸ। ਕਿ ਜਿਹੜੀ ਐਸਿਡ 'ਤੇ ਆਪਾਂ ਡੈਪਰੀਸ਼ੀਏਸ਼ਨ ਚਾਰਜ ਕਰਦੇ ਹਾਂ, ਇਸ ਨਾਲ ਕਿ ਬੁੱਕ ਵੈਲਿਊ ਕੀ ਹੁੰਦੀ ਹੈ, ਐਸਿਡ ਦੀ ਘੱਟ ਜਾਂਦੀ ਹੈ। ਇਸ ਇਜ਼ ਸੈਲਰੀ ਆਫ ਪ੍ਰੋਪਰਾਈਟਰ ਵੇਅਰ ਦੀ ਵਰਕ, ਬਟ ਕਹਿੰਦਾ ਆਪਣੇ ਕੋਲ ਕੀ ਹੈ, ਸੈਲਰੀ ਇਜ਼ ਨੋਟ ਚਾਰਜ ਟੂ ਪ੍ਰੋਫਿਟ ਐਂਡ ਲੋਸ ਅਕਾਊਂਟ। ਕਿ ਜਿਹੜੀ ਆਪਾਂ ਕਹਿੰਦਾ ਸੈਲਰੀ ਚਾਰਜ ਕਰਦੇ ਆ ਪ੍ਰੋਪਰਾਈਟਰ ਦੀ, ਠੀਕ ਹੈ, ਆਪਾਂ ਸੈਲਰੀ ਪ੍ਰੋਪਰਾਈਟਰ ਦੇ ਚਲ ਆਪਾਂ ਚਾਰਜ ਕਰਦੇ ਹਾਂ, ਠੀਕ ਹੈ, ਪਰ ਆਪਾਂ ਕਹਿੰਦੇ ਹੀ ਵਰਕਸ, ਉਹ ਕੰਮ ਤਾਂ ਕਰਦਾ ਹੈ ਕਿ ਸੈਲਰੀ ਆਫ ਦਾ ਪ੍ਰੋਪਰਾਈਟਰ ਵੇਅਰ ਹੀ ਵਰਕਸ, ਬਟ ਸੈਲਰੀ ਇਜ਼ ਨੋਟ ਚਾਰਜ ਟੂ ਪ੍ਰੋਫਿਟ ਐਂਡ ਲੋਸ। ਆਪਾਂ ਪ੍ਰੋਫਿਟ ਐਂਡ ਲੋਸ ਅਕਾਊਂਟ 'ਚ ਕੀ ਨਹੀਂ ਕਰਦੇ, ਉਹਨੂੰ ਚਾਰਜ ਨਹੀਂ ਕਰਦੇ। ਇਸੇ ਤਰ੍ਹਾਂ ਓਵਰ ਐਂਡ ਅੰਡਰ ਅਬਜੈਪਸ਼ਨ ਆਫ ਓਵਰਹੈਡ। ਓਵਰ ਐਂਡ ਅਬਜੈਪਸ਼ਨ ਓਵਰਹੈਡ ਜਿਵੇਂ ਦੇਖੋ ਹੁਣ ਆਪਣੇ ਕੋਲ ਕੀ ਕੋਸਟ ਕਾਊਂਟਿੰਗ ਹੈ, ਇੱਕ ਫਾਈਨੈਂਸ਼ੀਅਲ ਕਾਊਂਟਿੰਗ ਹੈ, ਇੱਕ ਕੀ ਆਪਣੇ ਕੋਲ ਕੋਸਟ ਕਾਊਂਟਿੰਗ ਹੈ, ਇੱਕ ਕੀ ਆਪਣੇ ਕੋਲ ਫਾਈਨੈਂਸ਼ੀਅਲ ਕਾਊਂਟਿੰਗ ਹੈ। ਕਈ ਵਾਰ ਕੀ ਹੁੰਦਾ, ਆਪਾਂ ਫਾਈਨੈਂਸ਼ੀਅਲ ਕਾਊਂਟਿੰਗ ਦਾ ਜਿਹੜੇ ਖਰਚੇ ਹੁੰਦੇ ਆ ਆਪਾਂ ਕੋਸਟ ਕਾਊਂਟਿੰਗ ਕੰਪੇਅਰ ਘੱਟ ਵੱਧ ਲੈ ਲੈਂਦੇ ਹਾਂ। ਜਿਵੇਂ ਆਪਾਂ ਨੂੰ ਐਗਜ਼ਾਮਪਲ ਦੇ ਤੌਰ 'ਤੇ ਦੇਖ ਲਓ, ਆਪਾਂ ਮੰਨ ਲਓ ਕਿ ਤੁਹਾਡੇ ਕੋਲ ਕੋਸਟ ਕਾਊਂਟਿੰਗ ਦੇ ਵਿੱਚ ਕੀ ਹੈ, ਪ੍ਰੋਫਿਟ ਤੁਹਾਨੂੰ 40,000 ਦਾ ਦਿੱਤਾ ਹੈ, ਕੀ ਦਿੱਤਾ ਤੁਹਾਨੂੰ ਪ੍ਰੋਫਿਟ 40,000 ਦਾ ਦਿੱਤਾ ਹੈ। ਤੁਸੀਂ ਕੀ ਕੀਤੀ ਹੈ, ਤੁਹਾਨੂੰ ਕੋਸਟ ਕਾਊਂਟਿੰਗ ਦੀ ਜਿਹੜੀ ਡਾਇਰੈਕਟ ਲੇਬਰ ਦਿੱਤਾ ਹੈ ਖਰਚਾ, ਉਹ 5500 ਰੁਪਏ ਹੈ। ਕੋਸਟ ਕਾਊਂਟਿੰਗ ਦੇ ਵਿੱਚ ਤੁਹਾਨੂੰ ਡਾਇਰੈਕਟ ਲੇਬਰ ਦਾ ਖਰਚਾ ਕੀ ਦਿੱਤਾ ਹੈ, 5500 ਰੁਪਏ ਦਿੱਤਾ। ਜਦ ਕਿ ਫਾਈਨੈਂਸ਼ੀਅਲ ਕਾਊਂਟਿੰਗ ਦੇ ਵਿੱਚ ਡਾਇਰੈਕਟ ਵੇਜਿਸ ਦਾ ਖਰਚਾ ਕਿੰਨਾ ਦਿੱਤਾ ਹੈ, 5000 ਦਾ ਦਿੱਤਾ ਹੈ। ਆਪਾਂ ਨੇ ਪ੍ਰੋਫਿਟ ਕੀ ਲੈ ਕੇ ਚੱਲਿਆ, ਕੋਸਟ ਕਾਊਂਟਿੰਗ ਦਾ 40 ਹੈ। ਹੁਣ ਜਦੋਂ ਤੁਸੀਂ ਕੋਸਟ ਕਾਊਂਟਿੰਗ ਦਾ ਪ੍ਰੋਫਿਟ 40 ਲੈ ਕੇ ਚੱਲੇ ਆ, ਜਦੋਂ ਤੁਸੀਂ ਕਿਸੇ ਚੀਜ਼ ਦਾ ਪ੍ਰੋਫਿਟ ਫੰਡ ਆਲਰੇਡੀ ਖਰਚਾ ਉਹਦੇ ਵਿੱਚ ਰਿਕਾਰਡ ਕੀਤਾ ਹੁੰਦਾ, ਤੁਹਾਡੀ ਜਿਹੜੀ ਡਾਇਰੈਕਟ ਲੇਬਰ 5500 ਰੁਪਏ ਉਹਦੇ ਵਿੱਚ ਡੈਬਿਟ ਸਾਈਡ ਰਿਕਾਰਡ ਕੀਤੀ ਹੈ, ਮਤਲਬ 5500 ਕੀ ਕੀਤਾ ਤੁਸੀਂ ਲੈਸ ਕੀਤਾ ਉਹ 40,000 ਦੇ ਵਿੱਚ, ਜਾਂ ਨੈਟ ਫੰਡ ਤੋਂ 40,000 ਪ੍ਰੋਫਿਟ ਆਇਆ। ਹੁਣ ਕਹਿੰਦਾ ਆਪਣੇ ਕੋਲ ਫਾਈਨੈਂਸ਼ੀਅਲ ਅਕਾਊਂਟਿੰਗ ਦੇ ਵਿੱਚ ਕਿੰਨਾ ਰਿਕਾਰਡ ਕੀਤਾ ਹੋਇਆ, ਆਪਾਂ ਨੇ 5000 ਕੀਤਾ ਹੈ। ਆਪਾਂ ਨੇ ਹੁਣ ਕੋਸਟ ਤੋਂ ਫਾਈਨੈਂਸ਼ੀਅਲ ਪ੍ਰੋਫਿਟ ਪਤਾ ਕਰਨਾ ਹੈ, ਕੋਸਟ ਤੋਂ ਆਪਣੇ ਕੀ ਪਤਾ ਕਰਨਾ ਹੈ, ਫਾਈਨੈਂਸ਼ੀਅਲ ਪ੍ਰੋਫਿਟ ਪਤਾ ਕਰਨਾ ਹੈ। ਜਦੋਂ ਆਪਾਂ ਦੇਖਿਆ ਵੀ ਕੋਸਟ ਦੇ ਵਿੱਚ 40,000 ਪ੍ਰੋਫਿਟ 'ਚ 5500 ਰੁਪਏ ਲੈਸ ਹੋਇਆ ਪਿਆ, ਜਦ ਕਿ ਆਪਾਂ ਲੈਣਾ ਫਾਈਨੈਂਸ਼ੀਅਲ ਦਾ ਵੇਜਸ ਦਾ ਕਿੰਨਾ ਲੈਣਾ ਆਪਾਂ ਨੇ 5000, ਮਤਲਬ 500 ਕੀ ਕੀਤਾ ਹੈ, ਵੱਧ ਲੈਸ ਕੀਤਾ ਹੈ। 500 ਕੀ ਕੀਤਾ ਹੈ, ਵੱਧ ਲੈਸ ਕੀਤਾ ਹੈ, ਮਤਲਬ ਇਹਨੂੰ ਕੀ ਕੀਤਾ, ਓਵਰ ਰਿਕਵਰੀ ਕਹਿੰਦੇ, ਇਹਨੂੰ ਕੀ ਕਿਹਾ ਜਾਂਦਾ ਹੈ, ਓਵਰ ਰਿਕਵਰੀ ਕਿਹਾ ਜਾਂਦਾ ਹੈ। ਤਾਂ ਜੇ 500 ਵੱਧ ਲੈਸ ਕੀਤਾ ਹੈ ਤਾਂ ਇਹਨੂੰ ਆਪਾਂ ਕੀ ਕਰ ਦਾਂਗੇ, ਦੁਬਾਰਾ ਐਡ ਕਰ ਦਾਂਗੇ, ਫਿਰ ਵਾਪਸ ਉਹਦੀ ਪੋਜੀਸ਼ਨ 'ਤੇ ਆ ਜਾਓ। ਮਤਲਬ ਫਾਈਨੈਂਸ਼ੀਅਲ ਅਕਾਊਂਟਿੰਗ ਦਾ ਆਪਾਂ ਖਰਚਾ ਕਿੰਨਾ ਚਾਰਜ ਕਰਨਾ ਸੀ, 5000 ਚਾਰਜ ਕਰਨਾ ਸੀ। ਆਟੋਮੈਟਿਕ ਕੀ ਰਹਿ ਜਾਊਗਾ, ਉਹ ਪ੍ਰੋਫਿਟ ਵਿੱਚ ਜਦੋਂ 500 ਆਪਾਂ ਐਡ ਕਰ ਦਾਂਗੇ ਤਾਂ 5000 ਦਾ ਹੀ ਖਰਚਾ ਰਹਿ ਜਾਊਗਾ, ਉੱਥੇ ਕੀ ਰਹਿ ਜਾਊਗਾ, 5000 ਦਾ ਖਰਚਾ ਰਹਿ ਜਾਊਗਾ। ਜਦੋਂ ਆਪਾਂ ਫਾਈਨੈਂਸ਼ੀਅਲ ਦਾ ਪ੍ਰੋਫਿਟ ਕੀ ਕੱਢਣਾ ਹੋਊਗਾ, ਫਾਈਂਡ ਆਊਟ ਕਰਨਾ ਹੋਊਗਾ। ਇਸੇ ਤਰ੍ਹਾਂ ਕਹਿੰਦਾ ਕੁਝ ਖਰਚੇ ਕੀ ਹੁੰਦੇ, ਓਵਰ ਰਿਕਵਰੀ ਹੋ ਜਾਂਦੇ ਆ, ਤੇ ਕੀ ਹੋ ਜਾਂਦੇ, ਅੰਡਰ ਅਬਜੈਪਸ਼ਨ ਹੋ ਜਾਂਦੇ ਆ। ਜਿਸ ਕਰਕੇ ਕਹਿੰਦਾ ਦੋਵਾਂ ਦੇ ਵਿੱਚ ਕਹਿੰਦਾ ਓਵਰ ਤੇ ਅੰਡਰ ਅਬਜੈਪਸ਼ਨ ਹੋ ਜਾਣ ਕਾਰਨ ਦੋਵਾਂ ਦਾ ਪ੍ਰੋਫਿਟ ਆਪਸ ਕੀ ਨਹੀਂ ਕਰ ਰਿਹਾ ਹੁੰਦਾ, ਮੈਚ ਨਹੀਂ ਕਰ ਰਿਹਾ ਹੁੰਦਾ। ਲਿਖਿਆ ਨਾ ਦੇਖੋ, ਓਵਰਹੈਡ ਅਬਜ਼ਰਵ ਇਨ ਕੋਸਟ ਕਾਊਂਟਿੰਗ ਔਨ ਦ ਬੇਸ ਆਫ ਐਸਟੀਮੇਸ਼ਨ ਲਾਈਕ ਪਰਸੈਂਟੇਜ ਔਨ ਡਾਇਰੈਕਟ ਮਟੀਰੀਅਲ, ਪਰਸੈਂਟੇਜ ਔਨ ਡਾਇਰੈਕਟ ਵੇਜਿਸ, ਸੈਪਟਰ ਮੇ ਬੀ ਮੋਰ ਜਾਂ ਲੈਸ ਦੈਨ ਦ ਐਕਚੁਅਲ ਅਮਾਊਂਟ accrued if overhead are not fully observed। ਕਹਿੰਦੇ ਜੇ ਆਪਣਾ ਓਵਰਹੈਡ ਕੀ ਹੈ, ਫੁੱਲੀ ਅਬਜ਼ਰਵ ਨਹੀਂ ਹੈ, ਤਾਂ ਅਮਾਊਂਟ ਇਨ ਕੋਸਟ ਕਾਊਂਟ ਇਜ਼ ਲੈਸ ਦੈਨ ਦ ਐਕਚੁਅਲ ਅਮਾਊਂਟ। ਕਿ ਜੇ ਆਪਣੇ ਕੋਲ ਓਵਰਹੈਡ ਕੀ ਫੁੱਲੀ ਅਬਜ਼ਰਵ ਨਹੀਂ ਪਾਏ ਗਏ, ਮਤਲਬ ਕੋਈ ਘੱਟ ਪਾਏਗਾ, ਕੀ ਪਾਇਆ ਕੋਈ ਵੱਧ ਪਾਏਗਾ, ਤਾਂ ਜਿਹੜੀ ਕੋਸਟ ਕਾਊਂਟ 'ਚ ਕੀ ਹੋਊਗੀ, ਲੈਸ ਹੋਊਗੀ, ਘੱਟ ਹੋਊਗੀ। ਕਿਹਦੇ ਕੰਪੇਅਰ, ਐਕਚੁਅਲ ਅਮਾਊਂਟ ਦੇ ਕੰਪੇਅਰ। ਦ ਅਕਾਊਂਟ ਆ ਮੋਰ ਦੈਨ ਦ ਐਕਚੁਅਲ, ਕੀ ਘੱਟ ਵੀ ਹੋ ਸਕਦੀ ਹੈ ਤੇ ਕੀ ਹੋ ਸਕਦੀ ਹੈ, ਵੱਧ ਵੀ ਹੋ ਸਕਦੀ ਹੈ। ਜੇ ਕਹਿੰਦਾ ਆਪਣੇ ਕੋਲ ਕੀ ਹੈ, ਜਿਹੜੀ ਅਮਾਊਂਟ ਕੀ ਹੈ ਐਕਚੁਅਲ ਦੇ ਨਾਲ ਜ਼ਿਆਦਾ, ਉਹ ਤਾਂ ਓਵਰ ਅਬਜੈਪਸ਼ਨ ਹੈ। ਜੇ ਆਪਣੇ ਕੋਲ ਕੀ ਹੈ, ਘੱਟ ਹੈ ਤਾਂ ਉਹ ਕੀ ਹੈ, ਅੰਡਰ ਅਬਜੈਪਸ਼ਨ ਹੈ। ਆਪਣੇ ਕੋਲ ਕੀ ਹੈ, ਉਹ ਘੱਟ ਹੈ ਤਾਂ ਉਹ ਕੀ ਪਾਇਆ ਜਾਊਗੀ, ਅੰਡਰ ਅਬਜੈਪਸ਼ਨ ਪਾਇਆ ਜਾਊਗਾ। ਇਸੇ ਤਰ੍ਹਾਂ ਕਹਿੰਦੇ ਦਸ ਅੰਡਰ ਔਰ ਓਵਰ ਅਬਜੈਪਸ਼ਨ ਓਵਰਹੈਡ ਲੀਡ ਟੂ ਡਿਫਰੈਂਸ ਇਨ ਟੂ ਕਾਊਂਟ। ਜਿਹੜਾ ਕਹਿੰਦਾ ਕਈ ਵਾਰ ਆਪਾਂ ਖਰਚੇ ਘੱਟ ਜਾਂ ਵੱਧ ਰਿਕਾਰਡ ਕਰ ਦਿੰਦੇ ਆ, ਇਸ ਕਰਕੇ ਦੋਵਾਂ 'ਚ ਪ੍ਰੋਫਿਟ ਕੀ ਨਹੀਂ ਕਰ ਰਿਹਾ ਹੁੰਦਾ, ਮੈਚ ਨਹੀਂ ਕਰ ਰਿਹਾ। ਹੁਣ ਜਿਵੇਂ ਦੇਖੋ, ਮੈਂ ਤੁਹਾਨੂੰ ਐਗਜ਼ਾਮਪਲ ਪਹਿਲਾਂ ਦੇ ਚੁੱਕਿਆ ਵੀ ਕੋਸਟ ਕਾਊਂਟ ਜਾਂ ਪ੍ਰੋਫਿਟ 40,000 ਲੈਤਾ ਸੀ, ਉਹਦੇ ਵਿੱਚ ਆਪਾਂ ਇੱਕ ਡਾਇਰੈਕਟ ਲੇਬਰ ਦਾ ਖਰਚਾ 5500 ਲੈਸ ਕੀਤਾ ਉਹ 40,000 ਦੇ ਵਿੱਚੋਂ। ਜਦੋਂ ਆਪਾਂ ਫਾਈਨੈਂਸ਼ੀਅਲ ਅਕਾਊਂਟ ਦਾ ਪ੍ਰੋਫਿਟ ਕੱਢਣਾ ਸੀ, ਉਹਦੀ ਉਹਨਾਂ ਦੀ ਡਾਇਰੈਕਟ ਵੇਜਿਸ ਕਿੰਨੀ ਦਿੱਤੀ ਹੈ, 5000 ਦਿੱਤੀ ਹੋਈ ਹੈ। ਜਦ ਕਿ ਕੋਸਟ ਵਾਲਿਆਂ ਨੇ ਖਰਚਾ ਕਿੰਨਾ ਲੈਤਾ, ਕੋਈ ਲੇਬਰ
नहीं वेजेस भी दी जाती है, उन्होंने तो 5500 लैस किया है। ਆਪਾਂ ਲੈਣਾ ਕਿੰਨਾ ਸੀ 5000, क्योंकि जो ਆਪਾਂ ਕੋਸਟ ਦਾ ਪ੍ਰੋਫਿਟ ਲੈ ਕੇ ਚੱਲਦੇ ਆ ਤਾਂ ਆਪਾਂ ਨੂੰ ਫਾਈਨੈਂਸ਼ੀਅਲ ਦਾ ਪ੍ਰੋਫਿਟ ਕੀ ਕਰਨਾ ਹੁੰਦਾ, ਫਾਈਂਡ ਆਊਟ ਕਰਨਾ ਹੁੰਦਾ। ਕਿਉਂਕਿ ਆਪਾਂ ਜੋ ਰਿਕਨਸੀਲੀਏਸ਼ਨ ਸਟੇਟਮੈਂਟ ਤਿਆਰ ਕਰਨੀ ਹੁੰਦੀ ਹੈ, ਇੱਕ ਦਾ ਆਪਾਂ ਕੀ ਪ੍ਰੋਫਿਟ ਲੈ ਕੇ ਚੱਲਦੇ ਆ ਤੇ ਦੂਜੇ ਦਾ ਕੀ ਕਰਨਾ ਹੁੰਦਾ, ਫਾਈਂਡ ਆਊਟ ਕਰਨਾ ਹੁੰਦਾ। ਜਿਵੇਂ ਆਪਣੇ ਕੋਸਟ ਦਾ ਪ੍ਰੋਫਿਟ ਲੈ ਕੇ ਚੱਲੇ ਤਾਂ ਆਪਾਂ ਕਿਹਦਾ ਫਾਈਂਡ ਆਊਟ ਕਰਾਂਗੇ, ਫਾਈਨੈਂਸ਼ੀਅਲ। ਜੇ ਫਾਈਨੈਂਸ਼ੀਅਲ ਦਾ ਪ੍ਰੋਫਿਟ ਲੈ ਕੇ ਚੱਲੇ ਤਾਂ ਆਪਾਂ ਕਿਹਦਾ ਫਾਈਂਡ ਆਊਟ ਕਰਾਂਗੇ, ਕੋਸਟ ਦਾ ਪ੍ਰੋਫਿਟ ਫਾਈਂਡ ਆਊਟ ਕਰਾਂਗੇ। ਇਹ ਹੁਣ ਆਪਾਂ ਨੂੰ ਕੋਸਟ ਦਾ ਪ੍ਰੋਫਿਟ ਦਿੱਤਾ ਹੋਇਆ ਸੀ, ਉਹ 'ਚ ਆਪਣੀ ਡਾਇਰੈਕਟਲੀ 5500 ਲੈਸ ਕੀਤੀ ਹੋਈ ਹੈ, ਪਰ ਆਪਾਂ ਨੂੰ ਚਾਹੀਦੀ ਕਿ ਫਾਈਨੈਂਸ਼ੀਅਲ ਪ੍ਰੋਫਿਟ ਫਾਈਂਡ ਆਊਟ ਕਰਨਾ ਸੀ। ਤਾਂ ਫਾਈਨੈਂਸ਼ੀਅਲ ਦੇ ਵਿੱਚ ਆਪਾਂ ਨੇ ਖਰਚਾ ਕਿੰਨਾ ਲੈਣਾ ਸੀ, 5000 ਦਾ ਲੈਣਾ ਸੀ। ਮਤਲਬ ਆਪਾਂ ਕੀ ਕਰਾਂਗੇ, 500 ਵੱਧ ਲੈਸ ਕੀਤੇ ਹੋਣ ਤਾਂ ਆਪਾਂ ਦੁਬਾਰਾ ਕੀ ਕਰ ਦਾਂਗੇ, ਐਡ ਕਰ ਦਾਂਗੇ, ਜਿਸ ਕਰਕੇ ਆਪਣਾ ਫਾਈਨੈਂਸ਼ੀਅਲ ਦਾ ਪ੍ਰੋਫਿਟ ਕੀ ਕਰ ਜੂ, ਉਹਦੇ ਨਾਲ ਕੀ ਕਰ ਜੂਗਾ, ਕੋਸਟ ਨਾਲ ਕੀ ਕਰ ਜੂ, ਮੈਚ ਕਰ ਜੂਗਾ। ਐਂ ਇਸ ਉਲਟ ਜੇ ਆਪਾਂ ਫਾਈਨੈਂਸ਼ੀਅਲ ਦਾ ਪ੍ਰੋਫਿਟ ਲੈਤਾ ਹੁੰਦਾ 40000, ਜੇ ਆਪਣੇ ਕੋਸਟ ਦਾ ਫਾਈਂਡ ਆਊਟ ਕਰਨਾ ਹੁੰਦਾ, ਫਾਈਨੈਂਸ਼ੀਅਲ ਦੇ ਵਿੱਚ ਆਪਣੇ 5000 ਦਾ ਖਰਚਾ ਲੈਸ ਕੀਤਾ ਹੈ ਵੇਜਸ ਦੇ ਵਿੱਚ, ਤਾਂ ਆਪਾਂ ਨੂੰ ਕੋਸਟ ਦੇ ਵਿੱਚ ਕਿੰਨਾ ਲੈਸ ਕਰਨਾ ਸੀ, 5500। ਕਿੰਨਾ ਕਰਨਾ ਸੀ, 5500। ਮਤਲਬ ਆਪਾਂ ਨੇ ਖਰਚਾ ਘੱਟ ਕੀਤਾ ਹੈ, ਮਤਲਬ ਅੰਡਰ ਰਿਕਵਰੀ ਹੈ ਆਪਣੀ, ਕੀ ਆਪਣੇ ਕੋਲ ਅੰਡਰ ਰਿਕਵਰੀ ਹੈ। ਤਾਂ ਆਪਾਂ ਕੀ ਕਰਾਂਗੇ, 500 ਹੋਰ ਲੈਸ ਕਰ ਦਾਂਗੇ। 5000 ਤਾਂ ਪਹਿਲਾਂ ਲੈਸ ਹੈਗਾ ਹੀ ਹੈ, 500 ਹੋਰ ਕੋਈ 5500 ਲੈਸ ਕਰਨਾ। ਆਪਣੇ ਕੋਸਟ ਦਾ ਪ੍ਰੋਫਿਟ ਫਾਈਂਡ ਆਊਟ ਕਰਨਾ ਹੈ। ਕੋਸਟ ਦੀ ਡਾਇਰੈਕਟ ਲੇਬਰ ਕਿੰਨੀ ਸੀ, 5500 ਸੀ, ਇਸ ਕਰਕੇ ਆਪਾਂ 500 ਕੀ ਕਰ ਦਾਂਗੇ, ਹੋਰ ਲੈਸ ਕਰ ਦਾਂਗੇ। ਦੋਵਾਂ ਦਾ ਆਪਸ 'ਚ ਕੀ ਹੋ ਜਾਊਗਾ, ਮੈਚ ਹੋ ਜੂ। ਇਹਨਾਂ ਕਾਰਨਾਂ ਕਰਕੇ ਅੰਡਰ ਰਿਕਵਰੀ, ਓਵਰ ਰਿਕਵਰੀ, ਅੰਡਰ ਐਬਜ਼ਰਪਸ਼ਨ, ਓਵਰ ਐਬਜ਼ਰਪਸ਼ਨ ਕਰਕੇ ਆਪਸ 'ਚ ਪ੍ਰੋਫਿਟ ਕੀ ਨਹੀਂ ਕਰ ਰਿਹਾ ਹੁੰਦਾ, ਮੈਚ ਨਹੀਂ ਕਰ ਰਿਹਾ ਹੁੰਦਾ। ਇਸ ਦਾ ਨੈਕਸਟ ਸਟੈਪ ਕੀ ਹੈ, ਡਿਫਰੈਂਟ ਬੇਸਿਸ ਆਫ ਸਟਾਕ ਵੈਲਿਊਏਸ਼ਨ। ਕਹਿੰਦਾ ਵੈਲਿਊਏਸ਼ਨ ਆਫ ਆਲ ਸਟਾਕ ਇਨ ਫਾਈਨੈਂਸ਼ੀਅਲ ਅਕਾਊਂਟ ਇਜ਼ ਡਨ ਔਨ ਦਾ ਬੇਸਿਕ ਪ੍ਰਿੰਸੀਪਲ ਕੋਸਟ ਰਿਲਾਈਜ਼ੇਬਲ ਵੈਲਿਊ ਵਿਚ ਐਵਰ ਇਜ਼ ਲੈਸ। ਕਿ ਜਿਹੜੀ ਆਪਣੇ ਕੋਲ ਡਿਫਰੈਂਟ ਬੇਸ ਆਫ ਸਟਾਕ ਵੈਲਿਊਏਸ਼ਨ ਹੁੰਦੀ ਹੈ, ਵੀ ਮਤਲਬ ਆਪਣੇ ਕੋਲ ਜਿਹੜੇ ਅਲੱਗ-ਅਲੱਗ ਬੇਸ ਹੁੰਦੇ ਸਟਾਕ ਵੈਲਿਊਏਸ਼ਨ ਦੇ, ਉਹ ਕੀ ਹੁੰਦੇ ਆਪਣੇ ਕੋਲ, ਦ ਵੈਲਿਊਏਸ਼ਨ ਆਫ ਆਲ ਸਟਾਕ ਇਨ ਫਾਈਨੈਂਸ਼ੀਅਲ ਅਕਾਊਂਟ ਇਜ਼ ਡਨ ਔਨ ਦਾ ਬੇਸਿਕ ਪ੍ਰਿੰਸੀਪਲ ਆਫ ਕੋਸਟ। ਵੀ ਕਿਹਦੇ ਹੁੰਦੇ, ਬੇਸਿਕ ਪ੍ਰਿੰਸੀਪਲ ਆਫ ਕਿਹਦੇ ਹੁੰਦੇ ਆ, ਕੋਸਟ ਦੇ ਹੁੰਦੇ। ਕਿਉਂਕਿ ਫਾਈਨੈਂਸ਼ੀਅਲ ਅਕਾਊਂਟਿੰਗ ਵਿੱਚ ਆਪਾਂ ਸਟਾਕ ਦਾ ਰਿਕਾਰਡ ਹੋਰ ਹਿਸਾਬ ਨਾਲ ਕਰਦੇ ਹਾਂ, ਜ਼ਿਆਦਾ ਕੋਸਟ 'ਤੇ ਰਿਕਾਰਡ ਕਰਨੇ ਰਿਲਾਈਜ਼ੇਬਲ ਵੈਲਿਊ, ਦੋਨਾਂ ਵਿੱਚ ਜਿਹੜੀ ਘੱਟ ਹੋ ਗਈ ਉਹ 'ਤੇ ਕੀ ਕਰਾਂਗੇ, ਆਪਾਂ ਸਟਾਕ ਨੂੰ ਕੀ ਕਰਾਂਗੇ, ਰਿਕਾਰਡ ਕਰਾਂਗੇ। The valuation of stock in cost counting is dependent on this fact whether it is raw material। ਕਹਿੰਦਾ ਆਪਣੇ ਕੋਲ ਜਿਹੜੀ ਆਪਣੇ ਕੋਲ ਵਰਕ ਇਨ ਜਿਹੜੀ ਪ੍ਰੋਗਰੈਸ ਹੈ, ਫਿਨਿਸ਼ਡ ਗੁੱਡਸ ਹੈ, ਕੁਛ ਵੀ ਹੈਗਾ ਆਪਣੇ ਕੋਲ, ਕੋਈ ਵੀ ਆਪਾਂ ਸਟਾਕ ਆਪਣੇ ਕੋਲ ਨਹੀਂ ਲਿਖਿਆ ਨਾ, ਉਹ ਤਾਂ ਫਾਈਨੈਂਸ਼ੀਅਲ ਅਕਾਊਂਟਿੰਗ ਦੇ ਵਿੱਚ ਤਾਂ ਆਪਾਂ ਨੇ ਕੀ ਕਰਤਾ, ਕੋਸਟ ਰਿਲਾਈਜ਼ੇਬਲ ਵੈਲਿਊ ਦੋਵਾਂ ਵਿੱਚ ਜੋ ਘੱਟ ਹੋਊਗੀ ਉਹਦੇ ਆਪਾਂ ਰਿਕਾਰਡ ਕਰ ਲਾਂਗੇ, ਕੀ ਕਰ ਲਾਂਗੇ, ਉਹਦੇ ਰਿਕਾਰਡ ਕਰ ਲਾਂਗੇ। ਪਰ ਜਿਹੜੀ ਵੈਲਿਊਏਸ਼ਨ ਸਟਾਕ ਕੋਸਟ ਕਾਊਂਟਿੰਗ ਦੇ ਵਿੱਚ ਆ, ਕਿਹਦੇ ਵਿੱਚ, ਕੋਸਟ ਕਾਊਂਟਿੰਗ 'ਚ, ਉਹ ਆਪਣੇ ਫੈਕਟਰ ਡਿਪੈਂਡ ਕਰਦਾ ਹੈ ਵੀ ਜਿਹੜਾ ਰਾ ਮਟੀਰੀਅਲ ਹੈ, ਵਰਕ ਇਨ ਪ੍ਰੋਗਰੈਸ, ਫਿਨਿਸ਼ਡ ਗੁੱਡਸ ਹੈ। ਇਨ ਕੇਸ ਆਫ ਰਾ ਮਟੀਰੀਅਲ ਜਿਹੜੀ ਵੈਲਿਊ ਸਟਾਕ ਕਿਹਦੇ ਡਿਪੈਂਡ ਕਰੂਗੀ, ਫੀਫੋ ਮੈਥਡ, ਲਿਫੋ ਮੈਥਡ, ਐਵਰੇਜ ਸਟਾਕ ਮੈਥਡ। ਜਿਹੜੀ ਕੋਸਟ ਕਾਊਂਟਿੰਗ ਦੇ ਕੀ ਮੈਥਡ ਹੈ, ਆਪਾਂ ਇਹਦੀ ਬੇਸ 'ਤੇ ਕੀ ਕਰਦੇ ਹਾਂ, ਰਿਕਾਰਡ ਕਰਦੇ ਹਾਂ। ਵਰਕ ਇਨ ਪ੍ਰੋਗਰੈਸ ਦੇ ਵਿੱਚ ਕਹਿੰਦਾ ਇਨਵੈਂਟਰੀ ਮੇ ਬੀ ਵੈਲਿਊ ਐਟ ਪ੍ਰਾਈਮ ਕੋਸਟ, ਠੀਕ ਹੈ। ਜੇ ਵਰਕ ਇਨ ਪ੍ਰੋਗਰੈਸ ਹੈ ਉਹ ਪ੍ਰਾਈਮ ਕੋਸਟ ਜਾਂ ਵਰਕ ਕੋਸਟ 'ਤੇ, ਕੋਸਟ ਆਫ ਪ੍ਰੋਡਕਸ਼ਨ ਬੇਸਿਸ 'ਤੇ। ਫਿਨਿਸ਼ਡ ਗੁੱਡਸ ਨੂੰ ਆਪਾਂ ਕਿਹਦੇ ਰਿਕਾਰਡ ਕਰਦੇ ਹਾਂ, ਕੋਸਟ ਆਫ ਪ੍ਰੋਡਕਸ਼ਨ ਬੇਸਿਸ 'ਤੇ। ਕਿਹਦੇ ਕਰਦੇ ਆਪਾਂ ਦੇਖਿਆ ਨਾ ਸਟੈਪ, ਜਦੋਂ ਆਪਾਂ ਕੋਸਟ ਸ਼ੀਟ ਤਿਆਰ ਕਰਦੇ ਹਾਂ ਆਪਣੇ ਕੋਲ ਪਹਿਲਾਂ ਪ੍ਰਾਈਮ ਕੋਸਟ ਹੁੰਦੀ ਹੈ, ਪ੍ਰਾਈਮ ਕੋਸਟ ਜੋ ਫੈਕਟਰ ਵਰਕ ਕੋਸਟ ਆ ਜਾਂਦੀ ਹੈ। ਵਰਕ ਕੋਸਟ 'ਚ ਆਪਾਂ ਜਦੋਂ ਕੀ ਜੋੜ ਦਿੰਦੇ ਹਾਂ, ਵਰਕ ਇਨ ਕੀ ਕਰ ਦਿੰਦੇ ਹਾਂ, ਪ੍ਰੋਗਰੈਸ ਜੋੜ ਦਿੰਦੇ ਹਾਂ, ਠੀਕ ਹੈ। ਆਪਣੇ ਕੋਲ ਸਾਰੀ ਕੀ ਨੈਟ ਇਫੈਕਟ ਵਰਕ ਕੋਸਟ ਆ ਜਾਂਦੀ ਹੈ, ਫੈਕਟਰੀ ਕੋਸਟ। ਜਦੋਂ ਉਸ ਵਿੱਚ ਆਪਾਂ ਐਡਮਿਸ਼ਨ ਓਵਰਹੈਡ ਜੋੜ ਦਿੰਦੇ ਹਾਂ, ਉਸ ਤੋਂ ਬਾਅਦ ਆਪਣੇ ਕੋਲ ਕੀ ਹੈ, ਫਿਨਿਸ਼ਡ ਗੁੱਡਸ ਓਪਨਿੰਗ ਤੇ ਕਲੋਜ਼ਿੰਗ ਲੈਸ ਕਰਦੇ ਹਾਂ। ਫਿਨਿਸ਼ਡ ਗੁੱਡਸ ਆਪਣੇ ਕੋਲ ਕੀ ਕਹਿੰਦੇ, ਕੋਸਟ ਆਫ ਗੁੱਡਸ ਜੋੜ ਆ ਜਾਂਦੀ ਹੈ। ਪਰ ਜਿਹੜੀ ਆਪਣੀ ਕੋਲ ਜਿਹਨੂੰ ਆਪਾਂ ਕੋਸਟ ਆਫ ਪ੍ਰੋਡਕਸ਼ਨ ਵੀ ਕਹਿ ਦਿੰਦੇ ਆ, ਫਿਨਿਸ਼ਡ ਗੁੱਡਸ ਉੱਤੇ ਕੀ ਹੁੰਦੀ, ਆਪਣੀ ਕੋਸਟ ਆਫ ਪ੍ਰੋਡਕਸ਼ਨ ਹੁੰਦੀ ਹੈ। ਜਦੋਂ ਆਪਾਂ ਐਡਮਿਸ਼ਨ ਖਰਚੇ ਕੀ ਐਡ ਕਰਦੇ ਹਾਂ, ਤਾਂ ਕਹਿੰਦੇ ਡਿਫਰੈਂਟ ਬੇਸਿਸ ਅਡੋਪਟ ਹੁੰਦੇ ਆ ਵੈਲਿਊਏਸ਼ਨ ਆਫ ਰਾ ਮਟੀਰੀਅਲ। ਕਿ ਜੋ ਅਲੱਗ-ਅਲੱਗ ਮੈਥਡ ਅਪਣਾਉਣ ਦੇ ਕਾਰਨ ਉਹਨਾਂ ਦੇ ਵੀ ਮੁੱਲ ਦੇ ਵਿੱਚ ਕੀ ਆਊਗਾ, ਅਲੱਗ-ਅਲੱਗ ਆਊਗਾ। ਇਸ ਕਰਕੇ ਦੋਵਾਂ ਤੇ ਆਪਸ 'ਚ ਪ੍ਰੋਫਿਟ ਕੀ ਨਹੀਂ ਕਰ ਰਹੇ ਹੁੰਦੇ, ਮੈਚ ਨਹੀਂ ਕਰ ਰਹੇ ਹੁੰਦੇ। ਡਿਫਰੈਂਟ ਮੈਥਡ ਆਫ ਚਾਰਜਿੰਗ ਡੈਪਰੇਸ਼ਨ, ਦਾ ਮੈਥਡ ਆਫ ਚਾਰਜਿੰਗ ਡੈਪਰੇਸ਼ਨ ਮੇ ਡਿਫਰੈਂਟ ਫਾਈਨੈਂਸ਼ੀਅਲ ਅਕਾਊਂਟ ਐਂਡ ਕੋਸਟ ਅਕਾਊਂਟ ਮੇ ਕੋਜ਼ਿਸ। ਕਿ ਜਿਹੜੇ ਆਪਣੀ ਕੋਲ ਜਿਹੜੇ ਮੈਥਡ ਹੈ ਡੈਪਰੇਸ਼ਨ ਦੇ ਚਾਰਜ ਕਰਨ ਦੇ, ਫਾਈਨੈਂਸ਼ੀਅਲ ਅਕਾਊਂਟ ਤੇ ਕੋਸਟ ਅਕਾਊਂਟ ਦੋਵੇਂ ਕੀ ਹੁੰਦੇ, ਅਲੱਗ-ਅਲੱਗ ਹੁੰਦੇ ਆ। ਜਿਸ ਕਰਕੇ ਇਹਨਾਂ ਦੋਵੇਂ ਮੈਥਡ ਅਲੱਗ-ਅਲੱਗ ਹੋਣ ਕਾਰਨ ਜਿਹਨਾਂ ਦੋਵਾਂ ਦਾ ਲਾਭ ਆਪਸ 'ਚ ਕੀ ਨਹੀਂ ਕਰ ਰਿਹਾ ਹੁੰਦਾ, ਮੈਚ ਨਹੀਂ ਕਰ ਰਿਹਾ ਹੁੰਦਾ। ਫੋਰ ਐਗਜ਼ਾਮਪਲ ਸਟ੍ਰੇਟ ਲਾਈਨ ਤੇ ਡਿਮਿਨਿਸ਼ਿੰਗ ਬੈਲੈਂਸ ਮੈਥਡ, ਕੀ 'ਚ ਵਰਤੇ, ਫਾਈਨੈਂਸ਼ੀਅਲ ਅਕਾਊਂਟਿੰਗ ਦੇ ਵਿੱਚ ਵਰਤਦੇ ਆ ਮੈਥਡ, ਅਡੋਪਟ ਕਰਦੇ ਆ। ਵੇਸ ਕੋਸਟ ਕਾਊਂਟਿੰਗ ਮਸ਼ੀਨ ਓਵਰ ਰੇਟ ਜਾਂ ਪ੍ਰੋਡਕਸ਼ਨ ਓਵਰ ਰੇਟ ਜੂਨਟ ਮੈਥਡ। ਇਹ ਕੋਸਟ ਕਾਊਂਟ 'ਚ ਇਹ ਮੈਥਡ ਵਰਤੇ ਜਾਂਦੇ, ਮਸ਼ੀਨ ਓਵਰ ਰੇਟ, ਪ੍ਰੋਡਕਸ਼ਨ ਓਵਰ ਤੇ ਜੂਨਟ ਮੈਥਡ। ਇਹਨਾਂ ਦੇ ਅਲੱਗ-ਅਲੱਗ ਮੈਥਡ ਹੀ ਵਰਤੇ ਕਰਨ, ਪ੍ਰੋਫਿਟ ਆਪਸ 'ਚ ਮੈਚ ਨਹੀਂ ਕਰਦੇ। ਇਹ ਸਭ ਤੋਂ ਵੱਡਾ ਕਾਰਨ ਹੋ ਗਿਆ। ਅਬਨੋਰਮਲ ਗੇਨ ਐਂਡ ਲੋਸਿਸ, ਅਬਨੋਰਮਲ ਆਈਟਮ, ਅਬਨੋਰਮਲ ਵੇਸਟੇਜ ਆਫ ਮਟੀਰੀਅਲ ਬਾਈ ਥੈਫਟ, ਵੇਸਟੇਜ ਆਫ ਮਟੀਰੀਅਲ ਐਟ ਦ ਟਾਈਮ, ਕੋਸਟ ਆਫ ਨੋਰਮਲ ਆਈਟਮ ਫੈਸਿਲਿਟੀ, ਐਕਸੈਪਸ਼ਨਲ ਡੈਟ। ਅਬਨੋਰਮਲ ਕੀ ਹੁੰਦੇ ਆਪਣੇ ਕੋਲ, ਗੇਨ ਵਗੈਰਾ। ਮੈਨੂਫੈਕਚਰਿੰਗ ਮੇ ਬੀ ਸ਼ੋ ਇਨ ਫਾਈਨੈਂਸ਼ੀਅਲ ਅਕਾਊਂਟ, ਮੈਨੂਫੈਕਚਰ ਜਿਹੜਾ ਕੀ 'ਚ ਸ਼ੋ ਕਰਦੇ, ਫਾਈਨੈਂਸ਼ੀਅਲ ਅਕਾਊਂਟ ਸ਼ੋ ਕਰਦਾ ਹੈ। ਕੋਸਟ ਅਕਾਊਂਟ 'ਚ ਇਹਨੂੰ ਕੀ ਹੈ, ਦਿਖਾਉਂਦਾ ਨਹੀਂ, ਪਰ ਕਹਿੰਦਾ ਸਿਰਫ ਕੀ 'ਚ ਟ੍ਰਾਂਸਫਰ ਕਰ ਦਿੰਦਾ, ਕੋਸਟਿੰਗ ਪ੍ਰੋਫਿਟ ਐਂਡ ਲੋਸ ਅਕਾਊਂਟ 'ਚ ਕੀ ਕਰ ਦਿੰਦਾ, ਇਹਨੂੰ ਟ੍ਰਾਂਸਫਰ ਕਰ ਦਿੰਦਾ। ਜਿਸ ਕਰਕੇ ਦੋਵਾਂ 'ਚ ਕੀ ਆ ਜਾਂਦਾ, ਪ੍ਰੋਫਿਟ 'ਚ ਡਿਫਰੈਂਸ ਆ ਜਾਂਦਾ ਅਤੇ ਦੋਵੇਂ ਬੁੱਕਸ ਅਕਾਊਂਟਸ ਕੀ ਨਹੀਂ ਕਰ ਰਹੀ ਹੁੰਦੀ, ਆਪਸ 'ਚ ਮੈਚ ਨਹੀਂ ਕਰ ਰਹੀਆਂ ਹੁੰਦੀਆਂ। ਸੋ ਤੁਹਾਨੂੰ ਪਤਾ ਚੱਲਦਾ ਨਾ ਵੀ ਕੋਸਟ ਤੇ ਫਾਈਨੈਂਸ਼ੀਅਲ 'ਚ ਇਹ ਕਾਰਨ ਸੀ ਜਿਨ੍ਹਾਂ ਕਰਕੇ ਕੀ ਹੈ, ਆਪਸ ਵਿੱਚ ਕੀ ਨਹੀਂ ਹੁੰਦੇ, ਪ੍ਰੋਫਿਟ ਮੈਚ ਨਹੀਂ ਹੁੰਦੇ। ਜਿਸ ਕਰਕੇ ਆਪਾਂ ਨੂੰ ਕੀ ਤਿਆਰ ਕਰਨੀ ਪੈਂਦੀ ਹੈ, ਰਿਕਨਸੀਲੀਏਸ਼ਨ ਤਿਆਰ ਕਰਨੀ ਪੈਂਦੀ ਵੀ ਤਾਂ ਜੋ ਆਪਸ 'ਚ ਕੀ ਕੀਤਾ ਜਾਵੇ, ਕੋਸਟ ਤੇ ਪ੍ਰੋਫਿਟ ਕੀ ਕੀਤਾ ਜਾਵੇ, ਮੈਚ ਕੀਤਾ ਜਾਵੇ ਫਾਈਨੈਂਸ਼ੀਅਲ ਦਾ
हाँ सो फ्रेंड्स जे ਤੁਹਾਨੂੰ ਮੇਰੀ ਵੀਡੀਓ ਪਸੰਦ ਲੱਗੀ ਤਾਂ ਪਲੀਜ਼ ਜ਼ਰੂਰ ਇਹਨੂੰ ਲਾਈਕ ਕਰੋ, ਅੱਗੇ ਸ਼ੇਅਰ ਕਰੋ ਆਦੇ ਦੋਸਤਾਂ ਦੇ ਵਿੱਚ। ਥੈਂਕ ਯੂ ਫਰੈਂड्स।